ਧੰਨ ਵਾਹਿਗੁਰੂ ਸਾਹਿਬ ਜੀ। ਮਹੱਲਾ ਪਹਿਲਾ। ਸਾਮ ਕਹੈ ਸੇਤੰਬਰ ਸੁਆਮੀ, ਸਚ ਮਹਿ ਆਛੈ ਸਾਚ ਰਹੇ। ਸਭ ਕੋ ਸਚ ਸਮਾਵੈ, ਰਿਗ ਕਹੈ ਰਹਿਆ ਭਰਪੂਰ। ਰਾਮ ਨਾਮ ਦੇਵਾ ਮਹਿਸੂਰ, ਨਾਇ ਲਇਐ ਪਰਾਸ਼ਤ ਜਾਹੇ। ਨਾਨਕ ਤਉ ਮੋਖ ਅੰਤਰ ਪਾਹੇ। ਜੁਜ ਮੈਂ ਜੋਰ ਸ਼ਲੀ ਚੰਦਰਾਵਲ, ਕਾਨ ਕ੍ਰਿਸ਼ਨ ਜਾਦਮ ਭਇਆ। ਪਾਰ ਜਾਤ ਗੋਪੀ ਲੈ ਆਇਆ, ਬਿੰਦਰਾ ਬਨ ਮਹਿ ਰੰਗ ਕੀਆ। ਕਲ ਮਹਿ ਬੇਦ ਅਥਰਬਨ ਹੂਆ, ਨਾਉ ਖੁਦਾਈ ਅੱਲਾਹ ਭਇਆ। ਨੀਲ ਬਸਤਰ ਲੈ ਕੱਪੜੇ ਪਹਿਰੇ, ਤੁਰਕ ਪਠਾਣੀ ਅਮਲ ਕੀਆ। ਚਾਰੇ ਵੇਦ ਹੋਏ ਸਚਿਆਰ, ਪੜ੍ਹੇ ਗੁਣਹਿ ਤਿਨ ਚਾਰ ਵਿਚਾਰ। ਭਾਉ ਭਗਤ ਕਰ ਨੀਚ ਸਦਾਏ, ਤਉ ਨਾਨਕ ਮੁਖ ਅੰਤਰ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਸਤ ਸੰਗੀ ਜਨੋ ਵਡਭਾਗੇ ਹੋ, ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ। ਚੱਲ ਰਹੀ ਲੜੀਵਾਰ ਆਸਾ ਕੀ ਵਾਰ ਦੀ ਪਾਵਨ ਵਿਚਾਰ 13ਵੀਂ ਪੌੜੀ ਦੇ ਨਾਲ ਜਿਹੜੇ ਸ਼ਲੋਕ ਨੇ ਉਹਨਾਂ ਦੀ ਵਿਚਾਰ ਹੋ ਰਹੀ ਹੈ। ਕੱਲ ਪਹਿਲਾ ਸ਼ਲੋਕ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੈ, ਉਸ ਦੀ ਵਿਚਾਰ ਕੀਤੀ ਸੀ। ਅੱਜ ਦੂਸਰਾ ਸ਼ਲੋਕ, ਇਹ ਵੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਤੇ ਮੈਂ ਕੱਲ ਬੇਨਤੀ ਕੀਤੀ ਸੀ ਜਿਹੜੀ ਪੌੜੀ ਹੈ ਉਹਦੇ ਵਿੱਚ ਗੁਰੂ ਤੋਂ ਕੁਰਬਾਨ ਜਾਣ ਦੀ ਗੱਲ ਹੈ। ਸਤਿਗੁਰੂ ਕਹਿੰਦੇ ਮੈਂ ਆਪਣੇ ਮਾਲਕ ਤੋਂ, ਆਪਣੇ ਇਸ਼ਟ ਤੋਂ, ਗੁਰੂ ਤੋਂ ਕੁਰਬਾਨ ਜਾਨਾ, ਜਿਹਨੇ ਮੈਨੂੰ ਡੁੱਬਦੇ ਹੋਏ ਨੂੰ ਭਵਜਲ ਤੋਂ ਉਤਾਰ ਕੇ ਤੇ ਜਿਹੜਾ ਸੀ ਪਾਸੇ ਲਾ ਦਿੱਤਾ, ਕਿਨਾਰੇ ਲਾ ਦਿੱਤਾ। ਹੁਣ ਇੱਥੇ ਮਨ 'ਚ ਆਵੇਗਾ ਪੌੜੀ ਤੇ ਗੁਰੂ ਤੋਂ ਕੁਰਬਾਨ ਜਾਣ ਦੀ ਹੈ, ਤੇ ਸ਼ਲੋਕ ਜਿਹੜੇ ਨੇ ਉਹ ਯੁੱਗਾਂ ਦੇ ਨੇ ਜਾਂ ਉਹ ਵੇਦਾਂ ਦੇ ਪਰਥਾਏ ਨੇ। ਕਿਉਂਕਿ ਜਿਹੜਾ ਕੱਲ ਸ਼ਲੋਕ ਆਪਾਂ ਵਾਚਿਆ ਸੀ ਉਹ ਯੁੱਗਾਂ ਦਾ ਹੀ, 4 ਯੁੱਗਾਂ ਦਾ ਜ਼ਿਕਰ ਹੈ। ਅੱਜ ਦੇ ਸ਼ਲੋਕ ਦੇ ਵਿੱਚ ਇਹ 4 ਵੇਦਾਂ ਦਾ ਜ਼ਿਕਰ ਹੈ। ਪਰ ਮੈਂ ਬੇਨਤੀ ਕਰਾਂ, ਕੱਲ ਵੀ ਕਿਹਾ ਸੀ ਕਿ ਕੱਲ ਜਿਹੜਾ ਸਤਿਗੁਰਾਂ ਸ਼ਲੋਕ ਦਿੱਤਾ ਨਾ, ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾਹ, ਇਹ ਸ਼ਲੋਕ ਦੇ ਉਹਨਾਂ ਦਾ ਜੋ ਖਿਆਲ ਹੈ ਉਹ ਸਤਿਗੁਰੂ ਪ੍ਰਗਟ ਕਰ ਰਹੇ ਨੇ। ਜਿਹੜਾ ਅੱਜ ਦਾ ਸ਼ਲੋਕ ਹੈ ਇਹਦੇ ਵਿੱਚ ਵੀ ਸਤਿਗੁਰਾਂ ਨੇ ਉਹਨਾਂ ਦਾ ਜਿਹੜਾ ਮਹਾਤਮ ਹੈ ਜਾਂ ਉਹਨਾਂ ਦਾ ਜੋ ਮਨੋਵਿਗਿਆਨ ਕਹਿੰਦਾ ਜਾਂ ਉਹਨਾਂ ਦਾ ਜੋ ਸਮਾਜ ਕਹਿੰਦਾ ਉਹਦੀ ਗੱਲ ਸਤਿਗੁਰੂ ਕਰ ਰਹੇ ਨੇ। ਗੁਰਮਤਿ ਦਾ ਸਿਧਾਂਤ ਇਸ ਸ਼ਲੋਕ ਦੇ ਅਖੀਰ 'ਤੇ ਆ ਕਿ ਭਾਉ ਭਗਤ ਕਰ ਨੀਚ ਸਦਾਏ, ਤਉ ਨਾਨਕ ਮੋਖ ਅੰਤਰ ਪਾਏ। ਸਤਿਗੁਰੂ ਕਹਿੰਦੇ ਜੇ ਤੂੰ ਪ੍ਰੇਮਾ ਭਗਤੀ ਕਰੇਗਾ ਨਾ ਤੇ ਮੁਕਤੀ ਨੂੰ ਤਾਂ ਪ੍ਰਾਪਤ ਹੋਣਾ ਹੈ। ਜੇ ਤੂੰ ਪ੍ਰੇਮਾ ਭਗਤੀ ਨਾ ਕੀਤੀ, ਬੰਦਗੀ ਨਾ ਕੀਤੀ, ਸਿਮਰਨ ਨਾ ਕੀਤਾ, ਤੇ ਇਹ ਤੋਂ ਪਹਿਲਾਂ ਜਿਹੜੇ 4 ਯੁੱਗਾਂ 'ਚੋਂ ਵਿਚਰ ਰਹੇ ਨੇ ਉਹਨਾਂ ਯੁੱਗਾਂ ਦਾ ਆਹ ਹਾਲ ਹੈ, ਉਹ ਤੈਨੂੰ ਮੈਂ ਦੱਸ ਰਿਹਾ ਹਾਂ। ਫਿਰ ਇਹਨੂੰ ਸਮਝਿਓ। ਆਪਾਂ ਚਲੋ ਕੱਲ ਵੀ ਵਾਚਾਂਗੇ ਕਿ ਪੌੜੀ ਹੈ ਸਤਿਗੁਰ ਵਿਟੋਂ ਵਾਰ ਹੈ, ਉਹ ਤੋਂ ਤਾਂ ਹੀ ਕੁਰਬਾਨ ਜਾਵਾਂਗੇ ਨਾ ਜਿਹਨੇ ਕੰਮ ਸੌਖਾ ਕਰ ਦਿੱਤਾ ਹੋਵੇ। ਇੱਕ ਮਨੁੱਖ ਕੋਈ ਔਖੇ ਪੈਂਡੇ 'ਤੇ ਜਾ ਰਿਹਾ ਹੈ, ਉਹਨੂੰ ਕੋਈ ਦੂਸਰਾ ਆਣ ਕੇ ਸੌਖਾ ਰਸਤਾ ਦੱਸ ਦੇਵੇ
ਅਸੀਂ ਕਹਿੰਦੇ ਭਲਿਆ ਤੇਰਾ ਜਿਹੜਾ ਧੰਨਵਾਦ ਸ਼ੁਕਰ ਹੈ ਤੇ ਤੇਰਾ ਮੇਰਾ ਕੰਮ ਸੌਖਾ ਕਰਤਾ। ਹੁਣ ਮਨੁੱਖ ਧਰਮ ਦੀ ਦੁਨੀਆ ਦੇ ਵਿੱਚ ਬੜੇ ਬੜੇ ਓੜਕ ਰਸਤਿਆਂ ਦੇ ਉੱਤੇ ਜਾ ਰਿਹਾ ਸੀ, ਬੜੀਆਂ ਮੁਸ਼ਕਲਾਂ ਚੱਲ ਰਿਹਾ ਹੈ। ਤੇ ਗੁਰੂ ਨਾਨਕ ਸਾਹਿਬ ਦੇ ਘਰ ਨੇ ਜਾ ਕੇ ਜਿਹੜਾ ਹੈ ਉਹ ਰੂਹਾਨੀਅਤ ਦਾ ਮਾਰਗ ਬਿਲਕੁਲ ਸੁਖੈਨ ਕਰ ਦਿੱਤਾ, ਜਿਹਦੇ ਕਰਕੇ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਕੁਰਬਾਨ ਜਾਣਾ, ਨਹੀਂ ਤੇ ਮੈਂ ਇਹਨਾਂ ਕਰਮ ਕਾਂਡਾਂ ਦੇ ਵਿੱਚ ਫਸਿਆ ਰਹਿਣਾ ਸੀ, ਇਹਨਾਂ ਗੁਰੂ ਪੀਰਾਂ ਦੇ ਵਿੱਚ ਫਸਿਆ ਰਹਿਣਾ ਸੀ। ਸੋ ਉਸ ਪ੍ਰਥਾਏ ਪਹਿਲਾ ਜਿਹੜਾ ਆਪਾਂ ਸ਼ਲੋਕ ਕੱਲ੍ਹ ਵਾਚਿਆ ਸੀ, ਅੱਜ ਦੂਸਰਾ ਸ਼ਲੋਕ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਮਹੱਲਾ ਪਹਿਲਾ। ਇਹ ਗੁਰੂ ਨਾਨਕ ਸਾਹਿਬ ਦਾ ਦੂਸਰਾ ਸ਼ਲੋਕ ਹੈ, 13ਵੀਂ ਪੌੜੀ ਦਾ ਜਿਹੜਾ ਇਹਦੇ ਨਾਲ ਦੂਸਰਾ ਸ਼ਲੋਕ ਦਰਜ ਹੈ। ਤੇ ਇਹ ਜਿਹੜਾ ਪਹਿਲਾਂ ਆਪਾਂ ਸ਼ਲੋਕ ਪੜ੍ਹਨਾ ਹੈ ਨਾ, ਯਾਦ ਰੱਖਿਓ ਇਹਦੀ ਉਹਨਾਂ ਦਾ ਮੱਤ ਹੈ, ਇਹਨੂੰ ਗੁਰਮਤ ਨਹੀਂ ਪ੍ਰਵਾਨ ਕਰਦੀ। ਇਹ ਉਹਨਾਂ ਦੀ ਕਹਾਣੀ ਸਤਿਗੁਰੂ ਸਮਝਾ ਰਹੇ ਨੇ। ਕੀ ਸਮਝਾ ਰਹੇ ਨੇ? ਕਹਿਣ ਲੱਗੇ ਸਾਮ ਕਹਿ ਸੇ ਤੰਬਰ ਸੁਆਮੀ, ਸੱਚ ਮੈਂ ਆਛੈ ਸਾਚ ਰਹਿ। ਹੁਣ ਕੱਲ ਆਪਾਂ ਯੁੱਗਾਂ ਦਾ ਜ਼ਿਕਰ ਕੀਤਾ ਸੀ, 4 ਯੁੱਗ ਨੇ, 7 ਯੁੱਗ ਹੈ, ਤ੍ਰੇਤਾ, ਦੁਆਪਰ ਤੇ ਕਲਯੁੱਗ। ਜੇ ਵੇਦਾਂ ਦੀ ਗੱਲ ਕਰਦੇ ਆ ਤੇ ਸਭ ਤੋਂ ਪ੍ਰਥਮ ਵੇਦ ਜਿਹੜਾ ਉਹ ਰਿਗ ਵੇਦ ਹੈ। ਪਰ ਸਤਿਗੁਰਾਂ ਨੇ ਇੱਥੇ ਵੇਦਾਂ ਨੂੰ ਉਹ ਡਿਟੇਲ ਦੇ ਨਾਲ ਲੜੀਵਾਰ ਨਹੀਂ ਰੱਖਿਆ। ਸਤਿਗੁਰਾਂ ਨੇ ਇੱਦਾਂ ਕੀਤਾ ਵੀ ਜਿਹੜਾ ਯੁੱਗ ਹੈ, ਯੁੱਗ ਨੂੰ ਮੁੱਖ ਰੱਖਿਆ। ਯੁੱਗ ਦੇ ਹਿਸਾਬ ਦੇ ਨਾਲ ਜਿਹੜਾ ਅਵਤਾਰ ਹੋਇਆ, ਅਵਤਾਰ ਤੇ ਅਵਤਾਰ ਦੇ ਬਾਰੇ ਜਿਸ ਗ੍ਰੰਥ ਦੇ ਵਿੱਚ, ਜਿਸ ਵੇਦ ਦੇ ਵਿੱਚ ਜ਼ਿਕਰ ਕੀਤਾ ਜਾ ਰਿਹਾ, ਉਸ ਵੇਦ ਨੂੰ ਸਤਿਗੁਰਾਂ ਨੇ ਪ੍ਰਥਮ ਰੱਖਿਆ ਹੈ। ਹਿੰਦੂ ਮੱਤ ਦੇ ਵਿੱਚ ਵੇਦਾਂ ਦੀ ਗਿਣਤੀ 4 ਹੈ। ਇਹਨਾਂ 4ਾਂ ਦਾ ਅੱਜ ਜ਼ਿਕਰ ਹੈ। ਵੈਸੇ ਵੇਦ ਦਾ ਅਰਥ ਗ੍ਰੰਥ ਨਹੀਂ ਹੁੰਦਾ, ਫਿਰ ਇਹਨੂੰ ਸਮਝਿਓ। ਵੇਦ ਦਾ ਅਰਥ ਹੈ ਗਿਆਨ, ਪ੍ਰਕਾਸ਼, ਨੌਲੇਜ ਜਾਂ ਜਾਣਕਾਰੀ ਕਹਿ ਸਕਦੇ, ਵਿਦਿਆ। ਵੇਦ ਦਾ ਅਰਥ ਗਿਆਨ ਹੈ। ਇਹ ਠੀਕ ਹੈ, ਅਸੀਂ ਬਾਅਦ ਦੇ ਵਿੱਚ ਇਹ ਪਹਿਲਾਂ ਜਿਹੜੇ ਵੇਦ ਸਨ ਨਾ, ਇਹ ਲਿਖਤ ਰੂਪ ਦੇ ਵਿੱਚ ਨਹੀਂ ਸੀ ਹੁੰਦੇ, ਇਹ ਸੀਨਾ ਬਸੀਨਾ ਚੱਲਦੇ ਸਨ। ਦੁਨੀਆ ਦੇ ਉੱਤੇ ਜਿੰਨੇ ਵੀ ਰਹਿਬਰ ਹੋਏ ਨੇ, ਇੱਥੇ ਇੱਕ ਗੱਲ ਜ਼ਰੂਰ ਸਮਝ ਲਿਓ, ਜਿੰਨੇ ਵੀ ਧਾਰਮਿਕ ਗ੍ਰੰਥ ਨੇ ਇਹ ਉਹਨਾਂ ਰਹਿਬਰਾਂ ਦੇ ਜਾਣ ਤੋਂ ਬਾਅਦ ਲਿਖੇ ਹੋਏ ਨੇ। ਬਾਈਬਲ ਹੈ, ਕੁਰਾਨ ਹੈ, ਜਾਂ ਕੋਈ ਵੀ ਆ, ਜਾਂ ਵੇਦ ਨੇ, ਉਪਨਿਸ਼ਦ ਨੇ, ਸਿਮਰਤੀਆਂ ਨੇ, ਇਹ ਜਿਨ੍ਹਾਂ ਦੇ ਪ੍ਰਥਾਏ ਉਚਾਰੇ ਨੇ ਨਾ, ਜਾਂ ਜਿਨ੍ਹਾਂ ਨੇ ਮੰਨਿਆ ਜਾਂਦਾ ਉਚਾਰੇ ਨੇ, ਇਹ ਉਹਨਾਂ ਦੇ ਜਾਣ ਤੋਂ ਬਾਅਦ ਲਿਖੇ ਹੋਏ ਨੇ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ, ਜਿਹੜਾ ਗੁਰੂ ਸਾਹਿਬਾਨਾਂ ਨੇ ਆਪਣੇ ਹਿਆਤੀ ਦੇ ਵਿੱਚ ਉਚਾਰ ਕੇ, ਆਪਣੀ ਹਿਆਤੀ ਦੇ ਵਿੱਚ ਹੀ ਇਹਨੂੰ ਲਿਖ ਕੇ ਸਾਡੀ ਝੋਲੀ 'ਚ ਪਾਇਆ ਹੋਇਆ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਾਣੀ ਉਚਾਰੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ, ਗੁਰੂ ਰਾਮਦਾਸ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਰੂਪ ਤਿਆਰ ਕਰ ਦਿੱਤਾ। ਗੁਰੂ ਹਿਆਤੀ ਹੈ ਨਾ, ਗੁਰੂ ਜਿਹੜਾ ਉਹ ਸਰੀਰਕ ਜਾਮੇ 'ਚ ਮੌਜੂਦ ਹੈ। ਫਿਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਬਾਣੀ ਉਚਾਰਦੇ ਨੇ। ਗੁਰੂ ਕਲਗੀਧਰ ਪਾਤਸ਼ਾਹ ਆਪਣੇ ਹੱਥੀਂ ਇਹ ਜਿਹੜਾ ਸਰੂਪ ਹੈ ਇਹ ਲਿਖਵਾ ਕੇ ਬਾਬਾ ਦੀਪ ਸਿੰਘ, ਭਾਈ ਮਣੀ ਸਿੰਘ ਹੋਣਾ ਤੋਂ ਇਹ ਤੇ ਮੁੰਦਾਵਣੀ ਲਾ ਕੇ ਤੇ ਇਸ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦੇ ਕੇ ਤੇ ਸਾਡੀ ਝੋਲੀ 'ਚ ਪਾ ਦਿੱਤਾ ਜਾਂਦਾ ਹੈ। ਇਹ ਬੜੇ ਮਾਣ ਵਾਲੀ ਸਾਡੇ ਵਾਸਤੇ ਗੱਲ ਹੈ। ਬਾਕੀ ਜਿਹੜੇ ਗ੍ਰੰਥ ਨੇ ਜਾਂ ਬਾਕੀ ਜਿਹੜੇ ਇਹ ਚੱਲਦੇ ਧਾਰਮਿਕ ਪੁਸਤਕਾਂ ਨੇ ਪਵਿੱਤਰ, ਇਹਨਾਂ ਦੇ ਵਿੱਚ ਸੀਨਾ ਬਸੀਨਾ, ਤੇ ਇਹ ਅਸੀਂ ਮੰਨ ਸਕਦੇ ਹਾਂ ਜਦੋਂ ਸੀਨਾ ਬਸੀਨਾ ਗੱਲ ਚੱਲਦੀ ਹੈ ਨਾ, ਮੂੰਹ ਮਲਾਜੇ, ਉਹਦੇ 'ਚ ਬਦੋ ਬਦੀ ਫਰਕ ਪੈ ਜਾਂਦਾ ਹੈ। ਜਿਹੜੀ ਗੱਲ ਤੁਹਾਨੂੰ ਮੈਂ ਦੱਸਾਂਗਾ ਉਹ ਜ਼ਰੂਰੀ ਨਹੀਂ ਕਿ ਹੂ ਬਹੂ ਤੁਹਾਨੂੰ ਉਸੇ ਤਰੀਕੇ ਦੇ ਨਾਲ ਯਾਦ ਰਵੇ। ਗੱਲ ਸ਼ਬਦ ਮੈਲ ਕੋ ਹੋਣਾ ਇੰਨਾ ਸਮਾਂ ਨਹੀਂ, ਆਪਾਂ ਇਹ ਪੱਖ ਨੂੰ ਨਹੀਂ ਜਾਣਾ। ਗੱਲ ਕਹਿਣ ਦਾ ਅੰਦਾਜ਼ ਵੱਖਰਾ ਹੁੰਦਾ, ਉਹਦਾ ਅਰਥ ਕਿਸੇ ਵੇਲੇ ਕੁਝ ਵੱਖਰਾ ਨਿਕਲ ਆਉਂਦਾ ਹੈ। ਇਹ ਕਿਤੇ ਫਿਰ ਵਿਆਕਰਨ ਦਾ ਵਿਸ਼ਾ ਛਿੜਿਆ, ਮੈਂ ਫਿਰ ਸਾਂਝੀ ਕਰਾਂਗਾ। ਪਰ ਗੁਰੂ ਸਾਹਿਬ ਨੇ ਆਪਣੇ ਸਰੀਰਕ ਹਿਆਤੀ ਦੇ ਵਿੱਚ ਹੀ ਇਹ ਸਾਨੂੰ ਸਰੂਪ ਲੈ ਕੇ ਦਿੱਤਾ। ਹੁਣ ਇੱਥੇ ਜਿਹੜੇ ਵੇਦ ਲਿਖੇ ਨੇ, ਰਿਗ ਵੇਦ ਜਿਹੜਾ ਪ੍ਰਥਮ ਮੰਨਿਆ ਜਾਂਦਾ ਹੈ, ਤੇ ਉਹਦੇ ਬਾਰੇ ਮਨੌਤ ਹੈ ਕਿ ਰਿਗ ਵੇਦ ਪੰਜਾਬ ਦੀ ਧਰਤੀ 'ਤੇ ਉਚਾਰਨ ਕੀਤਾ ਗਿਆ। ਕਈ ਸਾਲ ਤੱਕ ਇਹ ਜਿਹੜਾ ਸੀ ਸੀਨਾ ਬਸੀਨਾ ਚੱਲਦਾ ਗਿਆ, ਗਾਂਹ ਜਾ ਕੇ ਜਿਹੜਾ ਇਹਨੂੰ ਲਿਖਣ ਦਾ ਯਤਨ ਕੀਤਾ ਗਿਆ। ਚਲੋ ਇਹ ਇੱਕ ਵੱਖਰਾ ਪੱਖ। ਇੱਥੇ ਸਤਿਗੁਰਾਂ ਨੇ ਸ਼ਾਮ ਜਿਹੜਾ ਵੇਦ ਹੈ ਉਹ ਸਭ ਤੋਂ ਪਹਿਲਾਂ ਰੱਖਿਆ। ਇਹਦਾ ਵੈਸੇ ਤੀਸਰਾ ਨੰਬਰ ਹੈ। ਸਤਿਗੁਰੂ ਕਹਿਣਗੇ ਸਾਮ ਕਹਿ, ਇਹਦਾ ਭਾਵ ਸ਼ਾਮ ਜਿਹੜਾ ਵੇਦ ਹੈ ਉਹਦਾ ਸਮਾਂ ਆ ਗਿਆ। ਇੱਧਰੋਂ ਯੁੱਗਾਂ ਦੇ ਵਿੱਚੋਂ ਸਭ ਤੋਂ ਪ੍ਰਥਮ ਯੁੱਗ ਜਿਹੜਾ ਸਤਿਯੁੱਗ ਹੈ। ਸਤਿਯੁੱਗ ਦੇ ਵਿੱਚ ਕੀ ਹੁੰਦਾ ਹੈ ਜੀ? ਸੇਤੰਬਰ ਸੁਆਮੀ, ਇਹ ਦੋ ਸ਼ਬਦਾਂ ਦਾ ਸੁਮੇਲ ਹੈ। ਸੇਤ ਅੰਬਰ, ਸੇਤ ਕਹਿੰਦੇ ਨੇ ਸਫੇਦ ਚਿੱਟੇ ਨੂੰ, ਅੰਬਰ ਦਾ ਅਰਥ ਇੱਥੇ ਆਕਾਸ਼ ਨਹੀਂ ਕਰਨਾ, ਅੰਬਰ ਦਾ ਅਰਥ ਹੈ ਕੱਪੜਾ, ਚਿੱਟੇ ਕੱਪੜਿਆਂ ਵਾਲਾ। ਸੁਆਮੀ ਦਾ ਅਰਥ ਹੈ ਮਾਲਕ। ਹੁਣ ਸਾਮਵੇਦ ਇਹ ਗੱਲ ਕਹਿੰਦਾ ਹੈ ਕਿ ਜਦੋਂ ਸਤਿਯੁੱਗ ਦਾ ਸਮਾਂ ਸੀ ਉਦੋਂ ਜਿਹੜਾ ਪਰਮਾਤਮਾ ਸੀ, ਜਿਹੜਾ ਅਕਾਲ ਪੁਰਖ ਸੀ, ਚਿੱਟਿਆਂ ਬਸਤਰਾਂ ਵਾਲਾ ਸੀ, ਭਾਵ ਉਦੋਂ ਹੰਸਾ ਅਵਤਾਰ ਮੰਨਿਆ ਜਾਂਦਾ ਸੀ ਤੇ ਪਰਮਾਤਮਾ ਦੀ ਪੂਜਾ ਕੀਤੀ ਜਾਂਦੀ ਸੀ। ਉਦੋਂ ਲੋਕਾਂ ਦੇ ਜੀਵਨ ਬੜਾ ਪਵਿੱਤਰ ਹੁੰਦਾ ਸੀ, ਬਹੁਤ ਸੋਹਣਾ ਹੁੰਦਾ ਸੀ।
क्योंकि आपां ये कल वाचिया सी, ये मैं नाल दी नाल कल फिर आपां कल वाली गल रिपीट होवेगी। सतयुग रथ संतोख का धर्म अग्गै रथवाहो। सतयुग दे विच लोक धर्मी ने, सबर संतोखी इन्हां दा जीवन है। तो उदों जिहड़ी रब की उपासना की जाती वो हंसा अवतार की की जाती है। उदों रब नूं सफेद कपड़ियां वाला मन्निया जाता है, उदों रब नूं बड़ा पवित्र मन्निया जाता है। साम कहे शाम वेद कहता है, सितंबर चिट्टियां कपड़ियां वाला सुवामी मालक, सच मह आछै, मह का अर्थ है विच, आछै का अर्थ है आउणा। कहते जिहड़े उस सतयुग के समय के जीव ने, जिहड़े मनुख ने, लोक ने ना, वो सच च ही आउंदे ने, साच रहे ते सच च ही अपना जीवन बतीत करते हैं। अगे सतगुरु कह लगे सब को सच समावै, कहते सारिਆਂ ਦੇ जीवन ਦੇ ਵਿੱਚ सच टिकिया होया है। भाव सतयुग ਦੇ ਵਿੱਚ लोग हरेक धर्मी ने, सच बोलते हैं, सच वरतते हैं, उन्हों का जीवन सच के नाल भरिया होया है। ये शाम वेद कह रहा है। फिर इनू समझ लियो, इधर सतयुग आ गया। सतयुग के विच जिहड़ी रब की पूजा की जाती वो हंसा अवतार नाल की जाती है। इधर साम सस्सा साम हो गया तो सस्सा सितंबर हो गया। ये सतगुरां ने दोनों सस्से सस्से इकट्ठे कर दिते ना। कह लगे सतयुग साम वेद, उस तो बाद सितंबर आ गया, वो हंसा अवतार आ गया। इस समय दे विच लोग जिहड़े परमात्मा हंसा अवतार नूं पूजदे ने, कहंदे वो लोगों का जीवन इन्ना क पवित्र से, सच च रहिंदे ने, सच च जीवन बतीत करते हैं, सच विच ही समा जाते हैं। सच मैं आछै साच रहे, सब को सच समावे, सारे सच दे विच समा जाते हैं। अगे शब्द है रिग कहे रहया भरपूर, अगे रिग वेद की गल है। उधर दूसरे पासे युग आ गया त्रेता। हुण त्रेते युग दे विच अवतार जिहड़े ने वो रामचंद्र जी ने। सतगुरु कह लगे राम नाम देवा मह सूर। रिग वेद ये गल कह रहा है कि जदों त्रेते का समा आया ना, उस वेले जिहड़ा अवतार है वो भगवान श्री रामचंद्र ने। पिछले समय दे विच एक बचन आया सी कान कृष्ण जी के बारे कि एक कृष्ण सर्ब देवा देव देवता आत्मा। आपनों ज्ञात होवेगा, मैं उस दिन अर्ज की सी, इत्थे कृष्ण का अर्थ परमात्मा है, उत्थे कृष्ण का अर्थ परमात्मा, आप परमात्मा अर्थ करांगे। पर अज इत्थे शब्द आया राम। इत्थे राम का अर्थ रमिया होया, परमात्मा नहीं। इत्थे राम का अर्थ है श्री रामचंद्र जी। सारे विद्वानों ने इहो अर्थ कीते ने, तो जो सच है सानूं उहिओ बोलना चाहिए है। ईरखा वस हो के अपने अर्थ नहीं कभी करने चाहिए। सो इत्थे इहदे अर्थ इयों करांगे राम नाम, श्री रामचंद्र जी का नाम देवा, देव बहुवचन ने, सारे देवत्यां विचों मह सूर, सूर का अर्थ होंदा सूरज। कहते जिवें सूरज आसमान दे विच चमकदा है ना, तो जिस वेले त्रेता युग आया, ऋग्वेद ये गल कहंदा उस समय भगवान श्री रामचंद्र जी का नाम जिहड़ा सी वो सूरज दे वांग चमकदा हुंदा सी। श्री रामचंद्र जी हर पासे परिपूर्ण जिहड़े वो व्यापक ने। ये वो गल कह रहे हैं, मैं फिर रिपीट करा, इनू गुरमत नहीं मानती, ये उन्हां दा धर्म है। रिग कह रहे आ भरपूर, वो परिपूर्ण है, सर्व व्यापक है। कौन? राम नाम, राम जी का नाम जिहड़ा देवा महसूर, सारे देवतियां दे विचों त्रेते युग दे विच श्री रामचंद्र जी का नाम जिहड़ा वो बड़े प्रेम दे नाल लिया गया। इत्थे दूसरा युग आ गया, इधरों त्रेता आ गया। इत्थों सतगुरां ने रारा ऋग्वेद ते रारा रामचंद्र जी, इन्हां दोवां दी फिर बड़ी वधिया सानूं लड़ी बना के दे दित्ती। सो अगला जिहड़ा आउंदा है तीसरा, अगे सतगुरु बख्शिश करते हैं राम नाम देहवा मैं सूर। कहते उन्हां दी मनौत है कि नाए लया, लईए पाठ नहीं इहदा, नाए लया, लला ईड़ी नूं सिहारी है, नाए लया पराशत जाहे, पराशत का अर्थ है पाप। कहते उस समय ये हिंदू मत ये गल मानती है कि भगवान श्री रामचंद्र जी का नाम जपन के नाल सारे जिहड़े कीते हुए पाप ने वो नष्ट हो जाते हैं, पाप मनुख दे धुप जाते हैं। मैं बेनती करा हुण जाके राम नाम ना जपन लग पिओ। ਇਹਦਾ ਭਾਵ ਇਹ ਸਤਿਗੁਰੂ ਇਹ ਉਹਨਾਂ ਦਾ ਸਿਧਾਂਤ ਸਾਨੂੰ ਦੱਸ ਰਹੇ ਨੇ। ਤੁਸੀਂ ਮਨ 'ਚ ਸੋਚੋ ਵੀ ਬਾਬਾ ਨੇ ਕਹਿਤਾ ਵੀ ਰਾਮ ਤੇ ਸ਼ਾਇਦ ਰਾਮ ਰਾਮ ਦੀ ਮਾਲਾ ਫੇਰ ਰਹੀ ਹੈ, ਸਿੱਖ ਨੇ ਵਾਹਿਗੁਰੂ ਜਪਣਾ ਹੈ। ਪਰ ਕੇਵਲ ਤੇ ਕੇਵਲ ਜੋ ਉਹਨਾਂ ਦਾ ਮਤ ਮੈਂ ਦੱਸ ਰਿਹਾ, ਕਹਿਣ ਲੱਗੇ ਰਾਮ ਨਾਮ ਦੇਵਾ ਮੈਂ ਸੂਰ ਨਾਏ ਲਿਆ, ਉਹ ਗੱਲ ਇਹ ਕਹਿ ਰਹੇ ਨੇ ਕਿ ਰਾਮਚੰਦਰ ਜੀ ਦਾ ਨਾਮ ਜਪਣ ਦੇ ਨਾਲ ਪ੍ਰਾਸ਼ਤ ਜਾਹੇ ਕੀਤੇ ਹੋਏ ਪਾਪ ਖਤਮ ਹੋ ਜਾਂਦੇ ਨੇ। ਨਾਨਕ तौ मोह खंतर पाहे, राम जी का नाम जपन के नाल त्रेता युग ये गल कहता है कि त्रेते का अवतार रामचंद्र है। राम भगवान रामचंद्र का नाम जपन के नाल मनुख नूं मुक्ति की प्राप्ति हुंदी है। ये उन्हां दा मत है। अगे सतगुरु जी गां बख्शिश करते हैं जुज मैं जोर शली चंद्रावल कान कृष्ण जादम पया। इधर तीसरा युग आ गया जी द्वापर।
ਦੁਆਪਰ ਦੇ ਵਿੱਚ ਜਾਦਵਾਂ ਦੀ ਕੁੱਲ ਦੇ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਅਵਤਾਰ ਹੁੰਦਾ ਹੈ। ਇੱਥੇ ਮੇਰੇ ਸਤਿਗੁਰਾਂ ਨੇ ਜੱਜਾ ਯਜੁਰਵੇਦ ਕਰ ਦਿੱਤਾ, ਉਧਰ ਜੱਜਾ ਜਾਦਮ ਜਿਹੜੀ ਉਹਨਾਂ ਦੀ ਕੁੱਲ ਜੋੜ ਕੇ ਫਿਰ ਲੜੀ ਬਣਾ ਕੇ ਸਾਨੂੰ ਦੇ ਦਿੱਤੀ। ਹੁਣ ਇੱਥੇ ਸ਼ਬਦ ਆਇਆ ਕਾਨ ਕ੍ਰਿਸ਼ਨ, ਇਹ ਦੋਵੇਂ ਸੂਚਕ ਕ੍ਰਿਸ਼ਨ ਭਗਵਾਨ ਦੇ ਪਰਥਾਏ ਸ਼ਬਦ ਨੇ। ਕਿਉਂਕਿ ਮੈਂ ਫਿਰ ਗੱਲ ਕਰਾਂ, ਜਿਹੜਾ ਪਹਿਲਾ ਸ਼ਬਦ ਸੀ ਨਾ ਏਕ ਕ੍ਰਿਸ਼ਨ, ਉਹਦਾ ਅਰਥ ਸੀ ਪ੍ਰਮਾਤਮਾ। ਇੱਥੇ ਕ੍ਰਿਸ਼ਨ ਦਾ ਅਰਥ ਕਰਾਂਗੇ ਕ੍ਰਿਸ਼ਨ ਅਵਤਾਰ, ਭਗਵਾਨ ਸ੍ਰੀ ਕ੍ਰਿਸ਼ਨ। ਹੁਣ ਇਹਦੇ ਵਿੱਚ ਦੋ ਸਾਖੀਆਂ ਨੇ, ਇਹਨਾਂ ਦੇ ਅਰਥ ਕੀਤੇ ਤੋਂ ਬਿਨਾਂ ਜਿਹੜਾ ਉਹ ਆਪਾਂ ਅੱਗੇ ਨਹੀਂ ਜਾ ਸਕਦੇ। ਮੈਂ ਬਹੁਤ ਸੰਕੋਚਵੇਂ ਸ਼ਬਦ ਵਰਤਾਂਗਾ, ਕਿਉਂਕਿ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਜਿਹੜਾ ਸੰਗਤ ਦੇ ਵਿੱਚ ਬੋਲਣਾ, ਇੱਕ ਆਮ ਲੈਕਚਰ ਕਰਨਾ, ਇਹ 'ਚ ਬਹੁਤ ਅੰਤਰ ਹੁੰਦਾ ਹੈ। ਹੁਣ ਇੱਥੇ ਦੋ ਸਾਖੀਆਂ ਆ ਰਹੀਆਂ ਨੇ ਜੀ, ਜੁਜ ਮਹਿ ਜੋਰ। ਜਜੁਰਵਾਦ, ਇਹ ਜਜੁਰਵੇਦ ਇਹ ਗੱਲ ਕਹਿੰਦਾ ਕਿ ਜੋਰ ਸ਼ਲੀ ਚੰਦਰਾਵਲ, ਕਾਨ ਕ੍ਰਿਸ਼ਨ ਜਾਦਮ ਭਇਆ, ਪਾਰ ਜਾਤ ਗੋਪੀ ਲੈ ਆਇਆ, ਬਿੰਦਰਾ ਬਨ ਮਹਿ ਰੰਗ ਕੀਆ। ਹੁਣ ਇੱਥੇ ਪਹਿਲਾ ਬਚਨ ਹੈ ਜੋਰ ਸ਼ਲੀ ਚੰਦਰਾਵਲ। ਚੰਦਰਾਵਲ ਅਸਲ ਦੇ ਵਿੱਚ ਜਿਹੜਾ ਹੈ ਇੱਕ ਇਸਤਰੀ ਦਾ ਨਾਮ ਹੈ। ਇਹ ਰਾਧਾ ਦੀ ਚਚੇਰੀ ਭੈਣ ਸੀ। ਜਦੋਂ ਇਹ ਜਿਹੜੀ ਹੈ ਇਹ ਆਪਣੇ ਇਹਦੇ ਕੋਲ ਸੁਹੱਪਣ ਬਹੁਤ ਸੀ, ਇਹਨੂੰ ਆਪਣੇ ਸੁਹੱਪਣ ਤੇ ਮਾਣ ਸੀ। ਤੇ ਕ੍ਰਿਸ਼ਨ ਜੀ ਦੇ ਬਾਰੇ ਆਪ ਜੀ ਨੂੰ ਪਤਾ ਹੈ ਕਿ ਉਹਨਾਂ ਦੀਆਂ ਗੋਪੀਆਂ ਬਹੁਤ ਸਨ, ਤੇ ਉਹਨੇ ਜਿਹੜਾ ਸੀ ਚੰਦਰਾਵਲ ਨੇ ਇਹ ਤਾਨਾ ਮਾਰਿਆ ਗੋਪੀਆਂ ਨੂੰ, ਕਹਿਣ ਲੱਗੀਆਂ ਕਿ ਤੁਸੀਂ ਕੀ ਹਰ ਵੇਲੇ ਕ੍ਰਿਸ਼ਨ ਕ੍ਰਿਸ਼ਨ ਜਪਦੀਆਂ ਰਹਿੰਦੀਆਂ ਜੇ, ਐਡੀ ਕਿਹੜੀ ਖਾਸ ਗੱਲ ਹੈ ਕ੍ਰਿਸ਼ਨ ਦੇ ਵਿੱਚ। ਜਦੋਂ ਇਹ ਤਾਨਾ ਵੱਜਾ, ਗੋਪੀਆਂ ਨੇ ਲਾਮਾ ਕ੍ਰਿਸ਼ਨ ਨੂੰ ਦਿੱਤਾ। ਹੁਣ ਕ੍ਰਿਸ਼ਨ ਜੀ ਨੇ ਉਹਦਾ ਹੰਕਾਰ ਤੋੜਨ ਵਾਸਤੇ ਚੰਦਰਾਵਲ ਨੂੰ ਜਿਹੜਾ ਸੀ ਇਹ ਉਹਨੂੰ ਛਲਿਆ ਸੀ। ਚੰਦਰਾਵਲ ਚੰਦਰਭਾਨ ਦੀ ਬੇਟੀ ਸੀ। ਰਾਧਾ ਜਿਹੜੀ ਹੈ ਕ੍ਰਿਸ਼ਨ ਦੀ ਗੋਪੀ ਜਾਂ ਇਹਦੀ ਪਤਨੀ ਕਹਿ ਲਈਏ, ਇਹ ਇਹਦੀ ਚਚੇਰੀ ਭੈਣ ਸੀ, ਚਾਚੇ ਦੀ ਕੁੜੀ ਸੀ। ਹੁਣ ਇਹਦੇ ਛਲਿਆ ਕਿੱਦਾਂ, ਉਹਦੇ ਮਗਰ ਇੱਕ ਸਾਖੀ ਹੈ ਕਿ ਕ੍ਰਿਸ਼ਨ ਜੀ ਨੇ ਗੋਪੀ ਦਾ ਰੂਪ ਧਾਰਨ ਕੀਤਾ। ਗੋਪੀ ਦਾ ਰੂਪ ਧਾਰਨ ਕਰਕੇ ਚੰਦਰਾਵਲ ਦੇ ਘਰ ਗਏ। ਜਿਸ ਵੇਲੇ ਚੰਦਰਾਵਲ ਦੇ ਘਰ ਗਏ ਤੇ ਇਹ ਚੰਦਰਾਵਲ ਦੇ ਨਾਲ ਗੱਲਾਂ ਬਾਤਾਂ ਕਰਨ ਲੱਗ ਪਏ। ਉਹਨੂੰ ਪਤਾ ਨਾ ਲੱਗਾ ਕਿ ਇਹ ਮੇਰੀ ਸਹੇਲੀ ਹੈ ਜਾਂ ਇਹ ਭਗਵਾਨ ਕ੍ਰਿਸ਼ਨ, ਕਿਉਂਕਿ ਉਹ ਗੋਪੀ ਦਾ ਰੂਪ ਧਾਰਨ, ਔਰਤ ਦਾ ਰੂਪ ਧਾਰਨ ਕਰਕੇ ਗਏ। ਭਗਵਾਨ ਕ੍ਰਿਸ਼ਨ ਇਹ ਉਹਨਾਂ ਦਾ ਮਤ ਹੈ, ਇਹਨੂੰ ਗੁਰਮਤ ਨਹੀਂ ਮੰਨਦੀ। ਉਹਨੇ ਭਗਵਾਨ ਕ੍ਰਿਸ਼ਨ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਆਪਣੀ ਮਾਇਆ ਦੇ ਨਾਲ, ਸ਼ਕਤੀ ਤਾਕਤ ਦੇ ਨਾਲ ਇੱਕ ਰਾਤ ਨੂੰ 6 ਮਹੀਨਿਆਂ ਤੱਕ ਤਬਦੀਲ ਕਰ ਦਿੱਤਾ। ਇੱਕ ਰਾਤ ਜਿਹੜੇ 6 ਮਹੀਨੇ ਨਾ, ਇੱਕ ਰਾਤ ਇੰਨੀ ਲੰਬੀ ਕਰ ਦਿੱਤੀ। ਉੱਥੇ ਉਹ ਦੋਵੇਂ ਜਾਣੇ ਸੁੱਤੇ, ਉਹਦੇ ਨਾਲ ਉੱਥੇ ਰੰਗ ਰਲੀਆਂ ਕੀਤੀਆਂ ਤੇ ਉਹਨੂੰ ਛਲ ਕੇ ਤੇ ਉਹਦਾ ਜਿਹੜਾ ਸੀ ਭਰਮ ਤੋੜ ਕੇ ਵਾਪਸ ਆਏ। ਇਹ ਉਹਨਾਂ ਦਾ ਇਤਿਹਾਸ ਹੈ, ਜੋ ਵੀ ਹੈ। ਆਪਾਂ ਇੱਧਰ ਨੂੰ ਬਹੁਤਾ ਨਹੀਂ ਜਾਣਾ। ਹੁਣ ਕਹਿਣਗੇ ਜੁਜ ਮੈਂ ਜੋਰ ਛਲੀ ਚੰਦਰਾਵਲ, ਜੋਰ ਦੇ ਨਾਲ ਚੰਦਰਾਵਲ ਨੂੰ ਛਲ ਲਿਆ ਕ੍ਰਿਸ਼ਨ ਨੇ, 6 ਮਹੀਨਿਆਂ ਦੀ ਰਾਤ ਕਰ ਦਿੱਤੀ। ਅੱਗੇ ਸਤਿਗੁਰੂ ਕਹਿ ਲਗੇ ਕਾਨ ਕ੍ਰਿਸ਼ਨ ਜਾਦਮ ਭਇਆ। ਜਾਦਮ ਦਾ ਅਰਥ ਹੈ ਜਾਦਵਾਂ ਦੀ ਕੁੱਲ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਹੋਏ ਨੇ। ਇੱਧਰ ਤੀਸਰਾ ਯੁੱਗ ਆ ਗਿਆ ਜੀ, ਤੀਸਰਾ ਯੁੱਗ ਦੁਆਪਰ ਹੈ। ਦੁਆਪਰ ਦਾ ਅਵਤਾਰ ਭਗਵਾਨ ਕ੍ਰਿਸ਼ਨ ਹੈ। ਅੱਗੇ ਪੰਕਤੀ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਪਾਰ ਜਾਤ ਗੋਪੀ ਲੈ ਆਇਆ, ਬਿੰਦਰਾ ਬਨ ਮਹਿ ਰੰਗ ਕੀਆ। ਬਿੰਦਰਾ ਬਨ ਇੱਕ ਜੰਗਲ ਦਾ ਨਾਮ ਹੈ। ਹੁਣ ਪਾਰ ਜਾਤ ਇੱਕ ਰੁੱਖ ਹੈ। ਜਿਸ ਵੇਲੇ ਹਿੰਦੂ ਮੈਥੋਲੋਜੀ ਇਹ ਗੱਲ ਕਹਿੰਦੀ ਹੈ ਕਿ ਇਹ ਜਿਹੜਾ ਸੀ ਹਿੰਦ ਸਾਗਰ ਦਾ ਜਾਂ ਕਹਿ ਲਈਏ ਮੰਥਨ ਕੀਤਾ ਗਿਆ ਨਾ ਸਾਗਰ ਦਾ, ਉਸ ਵੇਲੇ ਜਿਹੜੇ ਉਹਦੇ ਵਿੱਚੋਂ 14 ਪਦਾਰਥ ਨਿਕਲੇ ਸਨ। ਉਹਨਾਂ 14 ਪਦਾਰਥਾਂ ਦੇ ਵਿੱਚੋਂ ਇੱਕ ਪਾਰਜਾਤ ਰੁੱਖ ਸੀ। ਹੁਣ ਇੱਧਰ ਇੱਕ ਦੇਵਤਾ ਹੈ ਇੰਦਰ, ਇੰਦਰ ਦਾ ਬਾਗ ਹੈ, ਉਹਦਾ ਨਾਮ ਹੈ ਨੰਦਨ ਬਾਗ। ਉਸ ਨੰਦਨ ਬਾਗ ਦੇ ਵਿੱਚ 5 ਜਿਹੜੇ ਨੇ ਬਹੁਤ ਮਹੱਤਵਪੂਰਨ, ਉਹਨਾਂ ਦੇ ਮੁਤਾਬਕ ਮਹੱਤਵਪੂਰਨ ਰੁੱਖ ਲੱਗੇ ਹੋਏ ਨੇ। ਉਹਨਾਂ 'ਚੋਂ ਇੱਕ ਪਾਰਜਾਤ ਹੈ। ਪਾਰਜਾਤ ਦੇ ਬਾਰੇ ਇਹ ਮਨੌਤ ਹੈ, ਉਸ ਰੁੱਖ ਦੇ ਹੇਠਾਂ ਖਲੋ ਕੇ ਜੋ ਵੀ ਮੰਗੋ ਤੁਹਾਡੀ ਇੱਛਾ ਪੂਰੀ ਹੁੰਦੀ ਹੈ। ਗੁਰਬਾਣੀ ਨੇ ਇਹਨਾਂ ਨੂੰ ਪ੍ਰਵਾਨ ਨਹੀਂ ਕੀਤਾ। ਤੁਹਾਨੂੰ ਸੰਸਾਰ 'ਚ ਕਿਤੇ ਪਾਰਜਾਤ ਨਹੀਂ ਮਿਲਦਾ, ਇਸ ਮ੍ਰਿਤਕ ਲੋਕ ਤੇ ਨਹੀਂ ਮਿਲਦਾ। ਇਹ ਉਹਨਾਂ ਦਾ ਸਵਰਗਾਂ ਦਾ ਰੁੱਖ ਹੈ। ਚਲੋ ਉਹਨਾਂ ਦਾ ਹਿਸਾਬ ਕਿਤਾਬ ਉਹ ਜਾਣਨ। ਹੁਣ ਕੀ ਹੋਇਆ ਕਿ ਨਾਰਦ ਮੁਨ ਆਇਆ ਕ੍ਰਿਸ਼ਨ ਦੇ ਕੋਲ। ਆਉਣ ਲੱਗਿਆ ਉਹਨੇ ਪਾਰਜਾਤ ਦਾ ਜਿਹੜਾ ਰੁੱਖ ਦਾ ਇਹਦਾ ਫੁੱਲ ਲੈ ਕੇ ਆਂਦਾ, ਕ੍ਰਿਸ਼ਨ ਨੂੰ ਭੇਟਾਂ ਵਜੋਂ ਦੇ ਦਿੱਤਾ। ਜਿਸ ਵੇਲੇ ਕ੍ਰਿਸ਼ਨ ਨੂੰ ਦਿੱਤਾ, ਕ੍ਰਿਸ਼ਨ ਨੇ ਫੜ ਕੇ ਆਪਣੀ ਪਤਨੀ ਰੁਕਮਣੀ ਨੂੰ ਦੇ ਦਿੱਤਾ। ਰੁਕਮਣੀ ਦੇ ਕੋਲ ਜਿਸ ਵੇਲੇ ਇਹ ਪਾਰਜਾਤ ਗਿਆ, ਇਹ ਫੁੱਲ ਗਿਆ, ਇਹਦੇ ਕੋਲ ਇਹਦੀ ਇੱਕ ਗੋਪੀ ਹੈ ਕ੍ਰਿਸ਼ਨ ਦੀ, ਉਹਦਾ ਨਾਮ ਹੈ ਸਤਿਆ ਭਾਮਾ। ਹੁਣ ਉਸ ਸਤਿਆ ਭਾਮਾ ਨੇ ਰੁਕਮਣੀ ਦੇ ਕੋਲੋਂ ਇਹ ਫੁੱਲ ਵੇਖ ਲਿਆ, ਫੁੱਲ ਬੜਾ ਸੋਹਣਾ ਸੀ। ਉਹ ਜਿੱਦ ਕਰਕੇ ਬਹਿ ਗਈ, ਕਹਿੰਦੀ ਇਹ ਫੁੱਲ ਮੈਨੂੰ ਚਾਹੀਦਾ ਹੈ। ਹੁਣ ਕ੍ਰਿਸ਼ਨ ਦੀ ਗੋਪੀ ਸੀ, ਉਹਨੂੰ ਖੁਸ਼ ਕਰਨਾ ਪੈਣਾ ਸੀ। ਕ੍ਰਿਸ਼ਨ ਨੇ ਜਾ ਕੇ ਇੰਦਰ ਨੂੰ ਕਿਹਾ, ਕਹਿੰਦਾ ਵੀ ਮੈਨੂੰ ਇਹ ਪਾਰਜਾਤ ਦੇ ਦੇ। ਇੰਦਰ ਜਿਹੜਾ ਉਹ ਮੰਨਿਆ ਨਾ, ਕਹਿੰਦਾ ਮੈਂ ਤੈਨੂੰ ਪਾਰਜਾਤ ਨਹੀਂ ਦੇਣਾ, ਇਹ ਮੇਰੇ ਬਾਗ ਦਾ ਜਿਹੜਾ ਸ਼ਿੰਗਾਰ ਹੈ। ਫਿਰ ਉਸ ਵੇਲੇ ਕ੍ਰਿਸ਼ਨ ਜੀ ਨੇ ਇੰਦਰ ਤੇ ਧਾਵਾ ਬੋਲਿਆ, ਲੜਾਈ ਹੋਈ। ਲੜਾਈ ਦੇ ਵਿੱਚ ਇੰਦਰ ਨੂੰ ਹਰਾ ਕੇ ਪਾਰਜਾਤ ਰੁੱਖ ਲਿਆ ਕੇ ਜਿਹੜਾ ਸੀ ਇਸ ਸਤਿਆ ਭਾਮਾ ਨੂੰ ਦਿੱਤਾ, ਉਹਨੂੰ ਖੁਸ਼ ਕੀਤਾ।
सतगुरु कह लगे पार जात गोपी लै आया, अपनी गोपी वास्ते ਜਿਹੜਾ ਉਹ ਕ੍ਰਿਸ਼ਨ ਨੇ ਇਹ ਪਾਰ ਜਾਤ ਦਾ ਰੁੱਖ ਇੰਦਰ ਦੇ ਨਾਲ ਲੜ ਕੇ ਲੈ ਕੇ ਆਂਦਾ। ਫਿਰ ਸਾਰਿਆਂ ਨੇ ਰਲ ਮਿਲ ਕੇ ਬਿੰਦਰਾਬਨ ਮਹਿ ਰੰਗ ਕੀਆ ਤੇ ਬਿੰਦਰਾਬਨ ਦੇ ਜੰਗਲ ਦੇ ਵਿੱਚ ਇਹਨੇ ਜਿਹੜਾ ਅਸੀਂ ਰੰਗ ਰਲੀਆਂ ਮਨਾਈਆਂ। ਇਹ ਉਹਨਾਂ ਦਾ ਇਤਿਹਾਸ ਹੈ। ਅੱਗੇ ਸਤਿਗੁਰੂ ਕਹਿਣ ਲੱਗੇ कल मह वेद अथर्बन हुआ। ये तीसरा युग निकल गया। तीसरे युग च कृष्ण आया। कृष्ण दी इहो जिहियां बड़ियां लीला ने, जे तुसीं कृष्ण अवतार देखो ना ਉਹਦੇ ਵਿੱਚ ਉਹਨਾਂ ਦਾ ਇਦਾਂ ਦਾ ਬਹੁਤ ਕੁਝ ਮਿਲਦਾ ਜੋ ਅਸੀਂ ਮੈਂ ਪਹਿਲਾਂ ਕਿਹਾ ਸੀ ਮੈਂ ਗੁਰਮਤਿ ਦੀ ਸਟੇਜ ਤੇ ਬੈਠਾ ਸਾਰਾ ਕੁਝ ਸਾਂਝਾ ਨਹੀਂ ਤੁਹਾਡੇ ਨਾਲ ਕਰ ਸਕਦਾ। ਸਿਰਫ ਮੈਂ ਸੰਕੋਚਵੇਂ ਸ਼ਬਦ ਵਰਤ ਕੇ ਇਹ ਦੋ ਘਟਨਾਵਾਂ ਦਾ ਜ਼ਿਕਰ ਕੀਤਾ ਹੈ। ਹੁਣ ਅਗਲਾ ਤੀਸਰਾ ਯੁੱਗ ਆ ਗਿਆ, ਇਹ ਚੌਥਾ ਯੁੱਗ ਆ ਗਿਆ ਕਲਯੁਗ। ਤੇ ਕਲਯੁਗ ਦੇ ਵਿੱਚ ਜਿਹੜਾ ਚੌਥਾ ਵੇਦ ਹੈ ਉਹ ਹੈ ਅਥਰਬਨ। ਤੇ ਅਥਰਬਨ ਜਿਹੜਾ ਵੇਦ ਹੈ ਇਹ ਮੁਸਲਮਾਨਾਂ ਦੇ ਨਾਲ ਜ਼ਿਆਦਾ ਮੇਲ ਖਾਂਦਾ ਹੈ। ਜਿਹੜੇ ਹਿੰਦੂ ਮਤ ਦੇ ਬਹੁਤੇ ਵਿਦਵਾਨ ਨੇ ਨਾ ਉਹ ਤਿੰਨ ਵੇਦ ਹੀ ਮੰਨਦੇ ਨੇ, ਚੌਥਾ ਨਹੀਂ ਮੰਨਦੇ, क्योंकि चौथे वेद दे विच आ जिहड़े जादू टूने ने काले इलम ने ये उहदे विच अंकित ने, ये मुसलमान मत दे नाल ज़्यादा मेल खांदा है। हुण कलयुग आ गया। कलयुग दे विच जिहड़ा मुसलमानां दा राज हो गया, सतगुरु कहण लगे कल मह वेद। कलयुग दे विच वेद जिहड़ा सी अथरबन हुआ, कहिंदे जिहड़ा अथरबन वेद सी उहदा बोल बाला हो गया। इधर कलयुग दा समा आ गया। इधर परमात्मा दा नाम कहण लगे नाउ खुदाई अल्लाह भया। ਕਹਿੰਦੇ ਮੁਸਲਮਾਨਾਂ ਦਾ ਰਾਜ ਆ ਗਿਆ। ਮੁਸਲਮਾਨਾਂ ਨੇ ਰਾਮ ਕਹਿਣ ਦੇ ਉੱਤੇ, ਕ੍ਰਿਸ਼ਨ ਕਹਿਣ ਦੇ ਉੱਤੇ, ਹਰ ਹਰ ਕਹਿਣ ਤੇ ਪਾਬੰਦੀ ਲਾ ਕੇ ਅੱਲਾ ਅੱਲਾ ਜਪਣ ਨੂੰ ਸਾਰਿਆਂ ਨੂੰ ਲਾ ਦਿੱਤਾ ਗਿਆ। ਇਹ ਗੁਰਬਾਣੀ ਦੇ ਵਿੱਚ ਇਹਦਾ ਵੀ ਬੜਾ ਜ਼ਿਕਰ ਆਉਂਦਾ ਹੈ ਕਿ ਜਿਸ ਵੇਲੇ ਮੁਸਲਮਾਨੀ ਰਾਜ ਸੀ ਨਾ, ਮੁਸਲਮਾਨਾਂ ਨੇ ਡੰਕੇ ਦੀ ਚੋਟ ਦੇ ਨਾਲ ਜ਼ਬਰਦਸਤੀ ਇਹ ਕਹਿ ਸਕਦੇ ਹਾਂ ਕਿ ਲੋਕਾਂ ਨੂੰ ਰਾਮ ਨਾਮ ਕਹਿਣ ਦੇ ਉੱਤੇ ਪਾਬੰਦੀ ਲਾ ਕੇ ਤੇ ਧੱਕੇ ਦੇ ਨਾਲ ਜਿਹੜਾ ਹੈ ਉਹ ਇਹ ਅੱਲਾ ਅੱਲਾ ਜਪਣ ਤੇ ਮਜਬੂਰ ਕੀਤਾ। इन्हां कल्ला अल्लाह अल्लाह जपन ते मजबूर नहीं किया। अगे सतगुरु बख्शीश करते हैं, कहन लगे नील बस्तर ले कपड़े पहरे तुर्क पठानी अमल किया। अमल का अर्थ है दब दबार राज। कहते तुर्कां पठाना का भाव मुसलमाना का जब राज कायम हो गया, इन्हां ने आण के हिंदुआं नूं जिहड़ा सी अपनी बोली सिखा दी, अपनी भाषा बोलन ला दी। गुरमुखो एक गल याद रखे, जदों मनुख दूसरे की बोली बोलन लग पैंदा वो गुलामी की निशानी है। अमृत बाणी का एक बड़ा प्यारा बचन है, कहते जिस वेले इत्थे मुसलमान आए ना, उन्होंने आण के इत्थों के हिंदुआं नूं गुलाम बनाया। याद रखियो ये दो चीज़ां हुंदियां ने, एक जोर हुंदा है बाहां दी ताकत, एक दिमाग हुंदा है। हिंदुस्तान की धरती दे विच मैं बहुता कह देवां इन्ना को दिमाग नहीं हैगा, दिमाग बहुत घट वरतदे ने, जदों वरतदे ने जोर ही वरतदे ने। हिंदुस्तान तो चलो जे अंग्रेज आण के हमला करते हैं, अंग्रेज़ों का राज रहिंदा 100 साल, मुगलों का राज रहिंदा है। तुसीं अंग्रेज़ों के बारे तो आप सारे तकरीबन पढ़िया ही है कि किन्ने क अंग्रेज लैके आए सन अपने साथी। 400-500 सारा सिपाही आया सी इंग्लैंड तो, गोरे सन, गोरे इंग्लैंड दे कहा जाता, आप सारे गोरे कही जाने। याद रखिए जो अंग्रेज ने ना वो इंग्लैंड के ने, अमेरिकन वाले अमरीकी कहा जाता, उन्होंने गोरे नहीं कहा जाता। ये एक वखरा पेशा, असीं रले मिले सारे फॉरन कंट्री वाले गोरे कह दें। हुण इंग्लैंड के जोड़े गोरे आए, अंग्रेज आए, उन्होंने 500-700 सिपाही लिया तो साडे हिंदुस्तान से कब्जा कर लिया। इत्थों के लोगों का इन्ना क दिमाग नहीं सी, 150 फड़ के खूंजे ला देंदे, नप के किसी पासे भजा देंदे, शायद ये देश गुलाम ना हुंदा। इन्हां दे कोल दिमाग वरतिया नहीं जाता। हुण मुगल भी जदों आउंदे सन, कोई हज़ारां लखां दे हिसाब नाल फौज नहीं सी आउंदी, चंद सिपाही आउंदे सन, इन्ने क जोर दे नाल आउंदे सन कि इन्हां नूं एकदम ललताड़ के ते खाक करके गांह जांदे सन। हुण जिस वेले कलयुग का समा आया, कलयुग के विच अल्लाह का नाम प्रचलित हो गया, नाम खुदाई अल्लो पाया। सतगुरु अगे कह लगे इन्हां मुसलमानां दा राज हो गया हिंदुस्तान ते। जिस वेले मुसलमानां दा राज होया, इन्हां ने नीले बस्तर जिहड़े ने ये मुसलमानां दा प्रतीक है, उन्हां दे बस्तर ने धार्मिक। हुण मुसलमानां ने आण के जिहड़ा सी तुर्क पठानी भाव तुर्कां पठाना ने अपना बोल बाला, अपना दबदबा रख दिता। तो इत्थों हिंदुस्तान की धरती इन्नी क गर्क की जिहड़ी मैं बेनती कर लगा सा, गुरु ग्रंथ साहिब कहते हैं इन्होंने बोली उन्हों की बोलनी शुरू कर दी जी, घर घर मियाँ सबना जियाँ बोली अवर तुम्हारी। इत्थे पति पत्नी शब्द भुल गए। जे मुसलमान मियाँ जी बेगम साहिबा कहते हैं तो हिंदुस्तान वाले भी मियाँ जी बेगम साहिबा कहन लग पे। ये जिहड़ा सी पति पत्नी शब्द भुल गए, ये गुलामी की निशानी सी। माफ़ करना, अज असीं भी गुलाम हुंदे जा रहे। उन्होंने तो चलो आण के मुसलमानों ने डरा के गुलाम किया तो असीं फूक दे विच ही गुलाम होई जाने। अज साडे घरां दे विचों पंजाबी अलोप हुंदी जा रही है।
ਮੁਬਾਰਕ ਹੈ ਜਿੰਨੀਆਂ ਮਰਜ਼ੀ ਭਾਸ਼ਾਵਾਂ ਸਿੱਖੋ, ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਾਣੀ ਜਾਂ ਗੁਰਮਤਿ ਦਾ ਸਿਧਾਂਤ ਜਾਂ ਜਿਹੜੇ 52 ਹੁਕਮ ਨੇ ਗੁਰੂ ਕਲਗੀਧਰ ਪਾਤਸ਼ਾਹ ਦੇ, ਉਹ 'ਚ ਹੁਕਮ ਹੈ ਸਿੱਖ ਵੱਧ ਤੋਂ ਵੱਧ ਭਾਸ਼ਾਵਾਂ ਦਾ ਗਿਆਨ ਰੱਖੇ, ਪਰ ਆਪਣੇ ਘਰ ਦੇ ਵਿੱਚ ਪੰਜਾਬੀ ਹੀ ਬੋਲੀ ਜਾਵੇ। ਅੱਜ ਤਕਰੀਬਨ ਸ਼ਹਿਰਾਂ ਦੇ ਵਿੱਚ 90% ਹਿੰਦੀ ਬੋਲੀ ਜਾਂਦੀ ਹੈ, ਹਿੰਦੀ ਤੇ ਅੰਗਰੇਜ਼ੀ ਖਿਚੜੀ ਬਣਾ ਕੇ ਬੋਲੀ ਜਾਂਦੀ ਹੈ। ਪਿੰਡਾਂ ਦੇ ਵਿੱਚ ਪੰਜਾਬੀ ਬੋਲੀ ਜਾਂਦੀ, ਉਧਰੋਂ ਭਈਏ ਨਹੀਂ ਸਾਨੂੰ ਟਿਕਣ ਦਿੰਦੇ, ਉਹ ਆਣ ਕੇ ਹਿੰਦੀ ਬੁਲਾਈ ਜਾਂਦੇ ਨੇ। ਇਸ ਕਰਕੇ ਜਿੰਨੀ ਵੀ ਭਾਸ਼ਾ ਹੈ ਇਹ ਗੁਲਾਮੀ ਦੀ ਪ੍ਰਤੀਕ ਹੈ ਗੁਰਮੁਖੋ। ਜੇ ਤੁਸੀਂ ਇਹਨਾਂ ਦੇ ਨਾਲ ਰਲ ਕੇ, ਮੈਂ ਦੇਖਦਾ ਹੁੰਦਾ ਇੱਕ ਭਈਆ ਆਉਂਦਾ ਹੈ ਸਾਡੇ ਟੱਬਰ ਦੇ ਵਿੱਚ, ਸਾਰੇ ਟੱਬਰ ਨੂੰ ਹਿੰਦੀ ਬੋਲਣ ਲਾ ਦਿੰਦਾ ਹੈ, ਪਰ ਸਾਰਾ ਟੱਬਰ ਰਲ ਕੇ ਇੱਕ ਭਈਏ ਨੂੰ ਸਾਰਾ 5 ਸਾਲ 10 ਸਾਲ ਰਹਿ ਜੇ ਉਹਨੂੰ ਪੰਜਾਬੀ ਨਹੀਂ ਜੇ ਸਿਖਾ ਸਕਦਾ। ਇਹ ਹਾਲ ਹੈ ਕਿ ਇਹ ਭਈਏ ਉਹ ਆਪਣੀ ਭਾਸ਼ਾ ਨਹੀਂ ਛੱਡਦੇ। ਅੱਜ ਅਸੀਂ ਪੰਜਾਬੀ ਕੀ ਇਹਨਾਂ ਨੂੰ ਸਿਖਾਉਣੀ ਸੀ, ਅਸੀਂ ਅੰਗਰੇਜ਼ਾਂ ਤੋਂ ਅੰਗਰੇਜ਼ੀ ਵਰਤਣੀ ਸ਼ੁਰੂ ਕਰ ਦਿੱਤੀ। ਘਰ 'ਚ ਅੰਗਰੇਜ਼ੀ ਬੋਲਦੇ ਹਾਂ ਤੇ ਇਉਂ ਪ੍ਰਤੀਤ ਮਾਣ ਮਹਿਸੂਸ ਕਰਦੇ ਹਾਂ, ਇਹਦੇ 'ਚ ਕੋਈ ਮਾਣ ਵਾਲੀ ਗੱਲ ਨਹੀਂ। ਯਾਦ ਰੱਖਿਓ ਇਹ ਗੁਲਾਮੀ ਦੀ ਪ੍ਰਤੀਕ ਹੈ। ਮੈਂ ਪਹਿਲਾਂ ਹੀ ਕਿਹਾ ਭਾਸ਼ਾ ਦਾ ਇਹ ਇੰਟਰਨੈਸ਼ਨਲ ਭਾਸ਼ਾ ਹੈ ਨਾ, ਇਸ ਕਰਕੇ ਇਹਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ, ਚੰਗੀ ਗੱਲ ਹੈ। ਪਰ ਜੇ ਆਪਣੀ ਬੋਲੀ ਨੂੰ ਤੂੰ ਭੁੱਲ ਕੇ ਦੂਸਰੇ ਦੀ ਬੋਲੀ ਕਰਦਾ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਇਹ ਗੁਲਾਮੀ ਦਾ ਪ੍ਰਤੀਕ ਹੈ। ਗਾਂ ਜਾ ਕੇ ਬਚਨ ਵੀ ਆਵੇਗਾ ਜਿਸ ਵੇਲੇ, ਉਦੋਂ ਆਪਾਂ ਇਹ ਗੱਲਾਂ ਸਾਂਝੀਆਂ ਕਰਾਂਗੇ। ਹੁਣ ਕਲਯੁਗ ਦਾ ਸਮਾਂ ਆ ਗਿਆ, ਜਿਹੜੇ ਮੈਂ ਗੱਲ ਨੂੰ ਨੇੜੇ ਰੱਖਾ, ਸਤਿਗੁਰੂ ਕਹਿੰਦੇ ਕਲਯੁਗ ਦੇ ਸਮੇਂ ਦੇ ਵਿੱਚ ਅਥਰਬਨ ਵੇਦ ਆ ਗਿਆ। ਇਹਦੇ ਵਿੱਚ ਸਮੇਂ ਦੇ ਵਿੱਚ ਜਿਹੜਾ ਹੈ ਉਹ ਪਰਮਾਤਮਾ ਦਾ ਜਿਹੜਾ ਅਵਤਾਰ ਸੀ ਉਹ ਅੱਲਾ ਅੱਲਾ ਜਪਿਆ ਜਾਣ ਲੱਗਾ ਤੇ ਲੋਕ ਇੰਨੇ ਕੁ ਗੁਲਾਮ ਹੋ ਗਏ, ਨੀਲ ਵਸਤਰ ਲਹਿ ਕੱਪੜੇ ਪਹਿਰੇ, ਇਹਨਾਂ ਨੇ ਨੀਲੇ ਕੱਪੜੇ ਧਾਰਨ ਕਰਕੇ ਤੁਰਕ ਪਠਾਣੀ ਅਮਲ ਕੀਆ। ਇਹਨਾਂ ਤੁਰਕਾਂ ਦੇ ਰਾਜ ਨੂੰ ਜਿਹੜਾ ਸੀ ਪ੍ਰਵਾਨ ਕਰ ਲਿਆ। ਅੱਗੇ ਸਤਿਗੁਰੂ ਕਹਿ ਲਗੇ ਚਾਰੇ ਵੇਦ ਹੋਏ ਸਚਿਆਰ। ਸਚਿਆਰ ਦਾ ਅਰਥ ਹੈ ਸੱਚ। ਕਹਿੰਦੇ ਜਿਹੜੇ 4 ਵੇਦ ਨੇ, 4 ਯੁੱਗ ਨੇ, ਇਹ ਸਾਰੇ ਹੀ ਆਪਣਾ ਡੰਕਾ ਵਜਾਈ ਜਾਂਦੇ। ਉਹ ਕਹਿੰਦੇ ਅਸੀਂ ਸੱਚੇ, ਉਹ ਕਹਿੰਦੇ ਅਸੀਂ ਸੱਚੇ ਹਾਂ। ਚਾਰੇ ਵੇਦ ਹੋਏ ਸਚਿਆਰ, ਪੜ੍ਹੇ ਗੁਣੇ 3 4 20 4। 4 ਦਾ ਅਰਥ ਸੁੰਦਰ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਜਦੋਂ ਵੀ ਵਡਿਆਈਆਂ 20 4 4, ਇਹ ਜਦੋਂ 4 ਸ਼ਬਦ ਆਵੇਗਾ ਨਾ ਉਹ 4 ਸੁੰਦਰਤਾ ਦਾ ਪ੍ਰਤੀਕ ਹੈ। ਇਹਦਾ ਅਰਥ ਕਰਾਂਗੇ ਸੁੰਦਰ। ਹੁਣ ਇਹ ਉਹਨਾਂ ਦਾ ਮਤ ਹੈ, ਸਤਿਗੁਰੂ ਸਮਝਾ ਰਹੇ ਨੇ ਕਿ ਜਿਹੜੇ 4 ਵੇਦ ਨੇ, 4 ਯੁੱਗ ਨੇ, ਇਹ 4 ਅਵਤਾਰਾਂ ਦੀ ਗੱਲ ਦੱਸੀ ਹੈ। ਫਿਰ ਸਮਝ ਲਿਓ, ਇੱਕ ਵਾਰੀ ਮੈਂ ਰਿਪੀਟ ਕਰ ਦਿੰਦਾ। ਸਤਯੁਗ ਆਇਆ, ਸਤਯੁਗ ਦੀ ਤੁਲਨਾ ਸਤਿਗੁਰਾਂ ਨੇ ਸ਼ਾਮ ਵੇਦ ਨਾਲ ਦਿੱਤੀ। ਸਾਮ ਵੇਦ ਇਹ ਗੱਲ ਕਹਿੰਦਾ ਕਿ ਉਸ ਸਮੇਂ ਜਿਹੜਾ ਅਵਤਾਰ ਸੀ ਹੰਸਾ ਅਵਤਾਰ ਸੀ, ਲੋਕ ਸੱਚ ਤੇ ਪਹਿਰਾ ਦਿੰਦੇ ਸਨ। ਉਸ ਤੋਂ ਬਾਅਦ ਤ੍ਰੇਤਾ ਆਇਆ, ਇੱਧਰ ਰਿਗਵੇਦ ਆ ਗਿਆ, ਉਧਰ ਤ੍ਰੇਤੇ ਦਾ ਅਵਤਾਰ ਰਾਮਚੰਦਰ ਜੀ ਆ ਗਏ, ਲੋਕ ਰਾਮਚੰਦਰ ਦਾ ਨਾਮ ਜਪਣ ਲੱਗ ਪਏ। ਉਧਰ ਦੁਆਪਰ ਆ ਗਿਆ, ਦੁਆਪਰ ਦੇ ਵਿੱਚ ਜਿਹੜਾ ਸੀ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਇੱਧਰ ਕ੍ਰਿਸ਼ਨ ਆ ਗਿਆ ਤੇ ਜਿਹੜਾ ਵੇਦ ਸੀ ਉਹ ਜਜੁਰ ਆ ਗਿਆ। ਹੁਣ ਕਲਯੁਗ ਆ ਗਿਆ। ਕਲਯੁਗ ਦੇ ਵਿੱਚ ਇਹ ਰਾਮ ਵੀ ਭੁੱਲ ਗਏ, ਹੰਸਾ ਅਵਤਾਰ ਵੀ ਭੁੱਲ ਗਏ, ਕ੍ਰਿਸ਼ਨ ਨੂੰ ਵੀ ਭੁੱਲ ਗਏ। ਇਹਨਾਂ ਨੇ ਅੱਲਾ ਅੱਲਾ ਜਿਹੜਾ ਜਪਣਾ ਸ਼ੁਰੂ ਕਰ ਦਿੱਤਾ। ਕਲਯੁਗ ਆ ਗਿਆ। ਕਲਯੁਗ ਦੇ ਵਿੱਚ ਅੱਲਾ ਪ੍ਰਧਾਨ ਹੋ ਗਿਆ ਤੇ ਉਧਰ ਦੂਸਰੇ ਪਾਸੇ ਜਿਹੜਾ ਵੇਦ ਹੈ ਉਹ ਅਥਰਬਨ ਆ ਗਿਆ। ਸਤਿਗੁਰੂ ਕਹਿੰਦੇ ਚਾਰੇ ਵੇਦ ਹੋਏ ਸਚਿਆਰ। ਇਹ ਚਾਰੇ ਵੇਦ ਜਿਹੜੇ ਆਪਣੇ ਆਪ 'ਚ ਇਹਨਾਂ ਦੀ ਵਿਚਾਰ ਕਰਨ ਵਾਲੇ ਕਹਿੰਦੇ ਨੇ ਕਿ ਬੜੇ ਸੱਚੇ ਆ। ਪੜ੍ਹੇ ਗੁਣੇ 3 4 ਵਿਚਾਰ, ਜਿਹੜੇ ਇਹਨਾਂ ਨੂੰ ਪੜ੍ਹਦੇ ਨੇ ਉਹਨਾਂ ਨੂੰ ਸੁੰਦਰ ਵਿਚਾਰ, ਉਹਨਾਂ ਨੂੰ ਸੁੰਦਰ ਜਿਹੜੀ ਹੈ ਗੱਲਬਾਤ ਜਾਂ ਮਾਨ ਪ੍ਰਤਿਸ਼ਠਾ ਹਾਸਲ ਹੁੰਦੀ। ਇਹ ਉਹਨਾਂ ਦਾ ਮਤ ਹੈ। ਇਹ 2 ਸ਼ਲੋਕ ਨੇ, ਦੋਨਾਂ ਸ਼ਲੋਕਾਂ ਦੇ ਅਖੀਰਲੀਆਂ 2 ਪੰਕਤੀਆਂ ਮੈਂ ਰੱਖੀਆਂ ਨੇ। ਇਹ 2 ਸ਼ਲੋਕਾਂ ਦੇ ਵਿੱਚ ਉਹਨਾਂ ਦਾ ਸਤਿਗੁਰਾਂ ਨੇ ਮਤ ਦਾ ਸਿਧਾਂਤ ਦੱਸਿਆ ਹੈ। ਆਹ ਕੁਝ ਹੁੰਦਾ ਹੈ। ਹੁਣ ਅੱਗੇ ਸਤਿਗੁਰੂ ਗੁਰਮਤਿ ਦਾ ਫਲਸਫਾ ਦਿੰਦੇ ਨੇ, ਕਹਿਣ ਲੱਗੇ ਭਾਓ ਭਗਤ ਕਰ ਨੀਚ ਸਦਾਏ। ਕਹਿੰਦੇ ਭਲਿਆ ਮਸਲਾ ਵੇਦਾਂ ਦਾ ਨਹੀਂ, ਮਸਲਾ ਅਵਤਾਰਾਂ ਦਾ ਨਹੀਂ, ਮਸਲਾ ਬਸਤਰਾਂ ਦਾ ਨਹੀਂ, ਮਸਲਾ ਯੁੱਗਾਂ ਦਾ ਨਹੀਂ, ਮਸਲਾ ਇਸ ਗੱਲ ਦਾ ਸੀ ਤੂੰ ਪ੍ਰੇਮਾ ਭਗਤੀ ਕਰਦਾ। ਜੇ ਪ੍ਰੇਮ ਦੇ ਨਾਲ ਭਗਵਾਨ ਰਾਮ ਦਾ ਨਾਮ ਜਪਦਾ ਤਾਂ ਵੀ ਪ੍ਰਵਾਨ ਹੈ। ਜੇ ਪ੍ਰੇਮ ਦੇ ਨਾਲ ਅੱਲਾ ਜਪਦਾ, ਕ੍ਰਿਸ਼ਨ ਹਰੇ ਹਰੇ ਜਪਦਾ ਤਾਂ ਵੀ ਪ੍ਰਵਾਨ ਹੈ। ਹੁਣ ਕਲਯੁਗ ਦਾ ਸਮਾਂ ਆ ਗਿਆ, ਤੂੰ ਕਿਸੇ ਦਾ ਗੁਲਾਮ ਨਾ ਹੋਵੀਂ। ਸਤਿਗੁਰੂ ਕਹਿ ਲੱਗੇ ਭਾਓ ਭਗਤ ਕਰ ਨੀਚ ਸਦਾਏ। ਕਹਿੰਦੇ ਪ੍ਰੇਮਾ ਭਗਤੀ ਪਰਮਾਤਮਾ ਦੀ ਕਰ। ਨੀਚ ਦਾ ਅਰਥ ਹੈ ਨੀਵਾਂ, ਤੇ ਆਪਣੇ ਆਪ ਨੂੰ ਸਾਰਿਆਂ ਤੋਂ ਨੀਵਾਂ ਰੱਖੀ। ਭਾਵ ਬੰਦਗੀ ਕਰਕੇ ਨਿਮਰਤਾ 'ਚ ਰਵੇਂਗਾ ਤਾਂ ਨਾਨਕ ਮੁਖ ਅੰਤਰ ਪਾਏ, ਤੈਨੂੰ ਮੁਕਤੀ ਦੀ ਪ੍ਰਾਪਤੀ ਹੋ ਜਾਏਗੀ। ਤੂੰ ਮੁਕਤੀ ਨੂੰ ਹਾਸਲ ਕਰਕੇ ਮਾਲਕ ਦੇ ਚਰਨਾਂ 'ਚ ਅਭੇਦ ਹੋ ਜਾਏਗਾ। ਹੁਣ ਇੱਥੇ 2 ਪੰਕਤੀਆਂ ਮੈਂ ਛੱਡ ਦਿੱਤੀਆਂ, ਇਹਦੇ ਅੱਖਰੀ ਅਰਥ ਨੇ ਭਾਓ ਭਗਤ ਕਰ ਨੀਚ ਸਦਾਏ। ਪ੍ਰੇਮਾ ਭਗਤੀ ਕੀ ਹੈ ਥੋੜ੍ਹੀ ਜਿਹੀ ਆਪਾਂ ਕੱਲ੍ਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚੋਂ ਵੇਖ ਕੇ ਨਾਲ ਪੌੜੀ ਦੀ ਵਿਚਾਰ ਕਰਾਂਗੇ। ਸਮੇਂ ਦੀ ਸਮਾਪਤੀ, ਇੰਨੀਆਂ ਬੇਨਤੀਆਂ ਪ੍ਰਵਾਨ। ਮੈਂ ਫਿਰ ਬੇਨਤੀ ਕਰਾਂ, ਜਿਹੜੀਆਂ ਉੱਤੇ ਅੱਜ ਗੱਲਾਂ ਕੀਤੀਆਂ ਨੇ ਇਹ ਉਹਨਾਂ ਦਾ ਮਤ ਹੈ, ਇਹਨੂੰ ਗੁਰਮਤਿ ਨਹੀਂ ਮੰਨਦੀ। ਗੁਰਮਤਿ ਕਹਿੰਦੀ ਹੈ ਪ੍ਰੇਮਾ ਭਗਤੀ ਕਰ, ਉਹ ਆਪਾਂ ਕੱਲ੍ਹ ਨੂੰ ਵਾਚਾਂਗੇ। ਆਓ ਪਾਵਨ ਪੰਕਤੀਆਂ ਦਾ ਜਾਪ ਸਰਵਣ ਕਰਕੇ ਸਮਾਪਤੀ ਕਰੀਏ। ਭਾਓ ਭਗਤ ਕਰ ਨੀਚ ਸਦਾਏ, ਤਉ ਨਾਨਕ ਮੁਖ ਅੰਤਰ ਪਾਏ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।